ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸ ਟੀਵੀ। ਮੈਂ ਵरुण ਕੌਰ ਮਾਨ। ਖਬਰਾਂ ਦੇ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਰੀਮੈਕਸ ਦੇ ਰੀਅਲਟਰ ਗੁਰਜਿੰਦਰ ਸਿੰਘ ਰੰਧਾਵਾ। ਇਹਨਾਂ ਤੋਂ ਹਰ ਤਰੀਕੇ ਦੀ ਪ੍ਰਾਪਰਟੀ ਖਰੀਦੀ ਤੇ ਵੇਚੀ ਜਾ ਸਕਦੀ ਹੈ। ਇਹਨਾਂ ਦੇ ਫੋਨ ਨੰਬਰ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ। ਤੇ ਹੁਣ ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। ਅਮਰੀਕਾ 'ਚ ਬਰਫੀਲੇ ਤੂਫਾਨ ਦਾ ਕਹਿਰ, 1000 ਤੋਂ ਵੱਧ ਉਡਾਣਾਂ ਰੱਦ। ਸਮਝੌਤੇ ਮੁਤਾਬਕ ਨਹੀਂ ਮਿਲ ਰਿਹਾ ਵੀਜ਼ਾ। ਵੋਕੇਸ਼ਨਲ ਸਿੱਖਿਆ ਵਿੱਚ ਕੇਵਲ 3.8 ਭਾਰਤੀ ਵਿਦਿਆਰਥੀਆਂ ਨੂੰ ਹੀ ਮਿਲਿਆ ਵੀਜ਼ਾ। ਅਮਰੀਕਾ 'ਚ ਭਾਰਤੀ ਆਈਟੀ ਪੇਸ਼ੇਵਰਾਂ ਦੇ ਲਈ ਖੁਸ਼ਖਬਰੀ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਜ਼ੈਲੈਂਸਕੀ ਨੂੰ ਝਟਕਾ। ਅਮਰੀਕਾ ਦੇ ਫਲੋਰੀਡਾ ਵਿੱਚ ਗੋਲੀਬਾਰੀ, 10 ਲੋਕ ਜ਼ਖਮੀ, 2 ਦੀ ਹਾਲਤ ਗੰਭੀਰ। ਕਾਲੇ ਵਿਅਕਤੀ ਨੂੰ ਕੁੱਟ-ਕੁੱਟ ਕੇ ਮਾਰ ਦੇਣ ਦੇ ਮਾਮਲੇ ਨੂੰ ਲੈ ਕੇ ਅਮਰੀਕਾ 'ਚ ਪ੍ਰਦਰਸ਼ਨ। ਅਮਰੀਕਾ ਵਿੱਚ ਕੋਵਿਡ ਪਬਲਿਕ ਹੈਲਥ ਐਮਰਜੈਂਸੀ ਖਤਮ ਕਰਨ ਦੀ ਤਿਆਰੀ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਅਮਰੀਕਾ, ਕੈਨੇਡਾ ਸਣੇ ਦੇਸ਼ ਵਿਦੇਸ਼ ਦੀਆਂ ਹੋਰ ਬਹੁਤ ਸਾਰੀਆਂ ਖਬਰਾਂ। ਗੰਭੀਰ ਸਰਦੀਆਂ ਦੇ ਤੂਫਾਨ ਕਾਰਨ ਸੋਮਵਾਰ ਨੂੰ ਸੰਯੁਕਤ ਰਾਜ ਅਮਰੀਕਾ ਤੋਂ ਜਾਣ ਜਾਂ ਆਉਣ ਵਾਲੀਆਂ 1000 ਤੋਂ ਵੱਧ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ। ਮੰਗਲਵਾਰ ਲਈ ਹੁਣ ਤੱਕ 797 ਉਡਾਣਾਂ ਸੰਯੁਕਤ ਰਾਜ ਅਮਰੀਕਾ 'ਚ ਜਾਂ ਬਾਹਰ ਰੱਦ ਹੋਣ ਦੇ ਲਈ ਤੈਅ ਕੀਤੀਆਂ ਗਈਆਂ। ਅਮਰੀਕਾ 'ਚ ਬਰਫੀਲੇ ਤੂਫਾਨ ਕਾਰਨ ਹਵਾਈ ਸੇਵਾ ਕਾਫੀ ਹੱਦ ਤੱਕ ਪ੍ਰਭਾਵਿਤ ਹੋਈ। ਤੂਫਾਨ ਨਾਲ ਅਮਰੀਕਾ ਦੀਆਂ 1000 ਤੋਂ ਵੱਧ ਉਡਾਣਾਂ ਪ੍ਰਭਾਵਿਤ ਹੋਈਆਂ। ਫਲਾਈਟ ਟਰੈਕਿੰਗ ਸੇਵਾ ਫਲਾਈਟਵੇਅਰ ਦੇ ਅਨੁਸਾਰ ਸ਼ਾਮ 6 ਵਜੇ ਤੱਕ ਕੁੱਲ 1019 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਇਹਨਾਂ ਵਿੱਚੋਂ ਸਾਊਥ ਵੈਸਟ ਏਅਰਲਾਈਨਸ ਦੀਆਂ ਲਗਭਗ ਅੱਧੀਆਂ ਉਡਾਣਾਂ ਨੇ। ਸਾਊਥ ਵੈਸਟ ਏਅਰਲਾਈਨਸ ਕੰਪਨੀ ਨੂੰ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਛੁੱਟੀਆਂ ਦੇ ਦੌਰਾਨ 16,700 ਉਡਾਣਾਂ ਨੂੰ ਰੱਦ ਕਰਨ ਦੇ ਲਈ ਅਮਰੀਕੀ ਸਰਕਾਰ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਖਰਾਬ ਮੌਸਮ ਅਤੇ ਪੁਰਾਣੀ ਟੈਕਨੋਲੋਜੀ ਦੇ ਨਾਲ ਜੁੜਿਆ ਹੋਇਆ ਸੀ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਵਪਾਰਕ ਸਮਝੌਤੇ ਦੇ ਮੁਤਾਬਕ ਭਾਰਤੀ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਵੀਜ਼ਾ ਦੇਣ ਦੇ ਸਮਝੌਤੇ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ। 22 ਅਗਸਤ ਤੋਂ 22 ਦਸੰਬਰ ਦੇ ਦੌਰਾਨ ਭਾਰਤੀ ਵਿਦਿਆਰਥੀਆਂ ਨੂੰ ਵੋਕੇਸ਼ਨਲ ਐਜੂਕੇਸ਼ਨ ਅਤੇ ਟ੍ਰੇਨਿੰਗ ਦੇ ਲਈ ਕੁੱਲ ਅਰਜ਼ੀਆਂ 'ਚੋਂ ਕੇਵਲ 3.8% ਨੂੰ ਹੀ ਵੀਜ਼ਾ ਮਿਲਿਆ। ਇਸ ਦੇ ਨਾਲ ਹੀ ਨੇਪਾਲ ਦੇ 16.8 ਅਤੇ ਪਾਕਿਸਤਾਨ ਦੇ 23.4 ਅਰਜ਼ੀਆਂ ਨੂੰ ਵੀਜ਼ਾ ਮਿਲਿਆ। ਇਸ ਸ਼੍ਰੇਣੀ ਦੇ ਵਿੱਚ ਪੰਜਾਬ ਤੋਂ ਜਾਣ ਵਾਲੀਆਂ ਵਿਦਿਆਰਥੀਆਂ ਨੂੰ 98% ਤੱਕ ਨਕਾਰਨ ਦਾ ਸਾਹਮਣਾ ਕਰਨਾ ਪਿਆ। ਭਾਰਤੀ ਵਿਦਿਆਰਥੀਆਂ ਨੂੰ ਵੀਜ਼ਾ ਦੇਣ ਵਿੱਚ ਕਾਫੀ ਝਿਜਕ ਕਾਰਨ ਭਾਰਤੀ ਵਿਦਿਆਰਥੀ ਦੂਜੇ ਦੇਸ਼ਾਂ ਦਾ ਰੁਖ ਕਰ ਰਹੇ ਨੇ, ਜਿਨ੍ਹਾਂ ਦੇ ਵਿੱਚ ਕੈਨੇਡਾ ਪ੍ਰਮੁੱਖ ਹੈ। ਇਸ ਨੇ ਆਸਟ੍ਰੇਲੀਆ ਯੂਨੀਵਰਸਿਟੀਜ਼ ਅਤੇ ਕਾਲਜਾਂ ਦੇ ਲਈ ਹੋਰ ਵੀ ਮੁਸ਼ਕਲ ਬਣਾ ਦਿੱਤੀ ਹੈ, ਜੋ ਭਾਰਤੀ ਵਿਦਿਆਰਥੀਆਂ ਨੂੰ ਕਾਉਂਸਲਿੰਗ ਅਤੇ ਦਾਖਲੇ ਦੀ ਪੇਸ਼ਕਸ਼ ਕਰਦੇ ਨੇ। ਦੂਜਾ, ਭਾਰਤ ਦੇ ਨਾਲ ਹੋਏ ਵਪਾਰਕ ਸਮਝੌਤੇ ਤੇ ਵੀ ਸਵਾਲ ਉਠਾਏ ਜਾ ਰਹੇ ਨੇ, ਜਿਸ ਵਿੱਚ ਭਾਰਤੀ ਵਿਦਿਆਰਥੀਆਂ ਨੂੰ ਪਹਿਲ ਦੇ ਆਧਾਰ ਤੇ ਵੀਜ਼ਾ ਦੇਣ ਦੀ ਸਹਿਮਤੀ ਦਿੱਤੀ ਗਈ ਸੀ। ਵਿੱਤੀ ਸਾਲ 2023-24 ਲਈ ਵੀਜ਼ਾ ਫਾਈਲਿੰਗ ਸੀਜ਼ਨ ਅਧਿਕਾਰਕ ਤੌਰ ਤੇ 1 ਮਾਰਚ ਤੋਂ ਸ਼ੁਰੂ ਹੋਏਗਾ। ਇਸ ਦੌਰਾਨ ਅਮਰੀਕੀ ਇਮੀਗ੍ਰੇਸ਼ਨ ਏਜੰਸੀ ਹੁਨਰਮੰਦ ਵਿਦੇਸ਼ੀ ਵਰਕਰ ਵੀਜ਼ਾ ਸਵੀਕਾਰ ਕਰਨਾ ਸ਼ੁਰੂ ਕਰ ਦੇਗੀ। ਭਾਰਤੀ ਆਈਟੀ ਪੇਸ਼ੇਵਰਾਂ ਦੇ ਵਿੱਚ H1B ਵੀਜ਼ਾ ਦੇ ਸਭ ਤੋਂ ਜ਼ਿਆਦਾ ਮੰਗ ਰਹਿੰਦੀ ਹੈ। H1B ਵੀਜ਼ਾ ਇੱਕ ਨਾਨ ਇਮੀਗ੍ਰੈਂਟ ਵੀਜ਼ਾ ਹੈ, ਜੋ ਅਮਰੀਕੀ ਕੰਪਨੀਆਂ ਨੂੰ ਸਿਧਾਂਤਕ ਜਾਂ ਤਕਨੀਕੀ ਮਾਹਿਰਤਾ ਦੀ ਲੋੜ ਵਾਲੇ ਵਿਸ਼ੇਸ਼ ਕਾਰੋਬਾਰਾਂ 'ਚ ਵਿਦੇਸ਼ੀ ਕਾਮਿਆਂ ਨੂੰ ਨਿਯੁਕਤ ਕਰਨ ਦੀ ਆਗਿਆ ਦਿੰਦਾ ਹੈ। ਤਕਨੀਕੀ ਕੰਪਨੀਆਂ ਭਾਰਤ ਅਤੇ ਚੀਨ ਜਿਹੇ ਦੇਸ਼ਾਂ ਤੋਂ ਹਰ ਸਾਲ ਹਜ਼ਾਰਾਂ ਕਰਮਚਾਰੀਆਂ ਨੂੰ ਇਸੇ ਤਹਿਤ ਨਿਯੁਕਤ ਕਰਦੀਆਂ ਨੇ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਸੋਮਵਾਰ ਨੂੰ ਕਿਹਾ ਕਿ ਅਮਰੀਕਾ ਯੂਕਰੇਨ ਨੂੰ ਆਪਣੇ F-16 ਲੜਾਕੂ ਜਹਾਜ਼ ਮੁਹੱਈਆ ਨਹੀਂ ਕਰਵਾਏਗਾ। ਰਾਸ਼ਟਰਪਤੀ ਬਾਈਡਨ ਨੂੰ ਪੁੱਛਿਆ ਗਿਆ ਕਿ ਅਮਰੀਕਾ ਯੂਕਰੇਨ ਨੂੰ F-16 ਲੜਾਕੂ ਜਹਾਜ਼ ਭੇਜੇਗਾ। ਜਵਾਬ ਦੇ ਵਿੱਚ ਉਹਨਾਂ ਨੇ ਕਿਹਾ ਕਿ ਨਹੀਂ। ਯੂਕਰੇਨ ਦੇ ਰੱਖਿਆ ਮੰਤਰੀ ਨੇ ਪਿਛਲੇ ਹਫ਼ਤੇ ਕਿਹਾ ਸੀਗਾ ਕਿ ਅਮਰੀਕਾ ਤੇ ਜਰਮਨੀ ਤੋਂ ਜੰਗੀ ਟੈਂਕਾਂ ਦੀ ਸਪਲਾਈ ਤੋਂ ਬਾਅਦ ਉਹ ਪੱਛਮੀ ਦੇਸ਼ਾਂ ਤੋਂ F-16 ਵਰਗੇ ਚੌਥੀ ਪੀੜ੍ਹੀ ਦੇ ਲੜਾਕੂ ਜਹਾਜ਼ਾਂ ਦੀ ਸਪਲਾਈ ਬਾਰੇ ਗੱਲ ਕਰੇਗਾ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਸੋਮਵਾਰ ਨੂੰ ਕਿਹਾ, ਅਮਰੀਕਾ ਯੂਕਰੇਨ ਨੂੰ ਆਪਣੇ F-16 ਲੜਾਕੂ ਜਹਾਜ਼ ਮੁਹੱਈਆ ਨਹੀਂ ਕਰਵਾਏਗਾ। ਰਾਸ਼ਟਰਪਤੀ ਬਾਈਡਨ ਨੂੰ ਪੁੱਛਿਆ ਗਿਆ ਕਿ ਕੀ ਅਮਰੀਕਾ ਯੂਕਰੇਨ ਨੂੰ F-16 ਲੜਾਕੂ ਜਹਾਜ਼ ਭੇਜੇਗਾ। ਜਵਾਬ ਦੇ ਵਿੱਚ ਉਹਨਾਂ ਨੇ ਕਿਹਾ ਕਿ ਨਹੀਂ। ਯੂਕਰੇਨ ਦੇ ਰੱਖਿਆ ਮੰਤਰੀ ਨੇ ਪਿਛਲੇ ਹਫ਼ਤੇ ਕਿਹਾ ਸੀਗਾ ਕਿ ਅਮਰੀਕਾ ਅਤੇ ਜਰਮਨੀ ਤੋਂ ਜੰਗੀ ਟੈਂਕਾਂ ਦੀ ਸਪਲਾਈ ਤੋਂ ਬਾਅਦ ਉਹ ਪੱਛਮੀ ਦੇਸ਼ਾਂ ਤੋਂ F-16 ਵਰਗੇ ਚੌਥੀ ਪੀੜ੍ਹੀ ਦੇ ਲੜਾਕੂ ਜਹਾਜ਼ਾਂ ਦੀ ਸਪਲਾਈ ਬਾਰੇ ਗੱਲ ਕਰੇਗਾ। ਬਾਈਡਨ ਨੇ ਕਿਹਾ ਕਿ ਉਹ ਪੋਲੈਂਡ ਦਾ ਦੌਰਾ ਕਰਨਗੇ। ਹਾਲਾਂਕਿ ਉਸਨੇ ਇਹ ਨਹੀਂ ਦੱਸਿਆ ਕਿ ਉਹ ਕਦੋਂ ਯਾਤਰਾ ਕਰਨਗੇ। ਉਹਨਾਂ ਨੇ ਕਿਹਾ ਕਿ ਉਹ ਵਿਸ਼ਵਾਸ ਨਹੀਂ ਕਰ ਸਕਦੇ ਕਿ ਉਹ ਯੂਕਰੇਨ ਵਿੱਚ ਯੁੱਧ ਸ਼ੁਰੂ ਹੋਣ ਦੀ ਵਰ੍ਹੇਗੰਢ ਤੇ ਯੂਰਪ ਦਾ ਦੌਰਾ ਕਰਨਗੇ। ਦੱਸਣਯੋਗ ਹੈ ਕਿ ਰੂਸ ਨੇ ਪਿਛਲੇ ਸਾਲ 24 ਫਰਵਰੀ ਨੂੰ ਯੂਕਰੇਨ ਤੇ ਹਮਲਾ ਕੀਤਾ ਸੀ।
यूक्रेन के राष्ट्रपति व्लादिमीर ज़ेलेंस्की ने रूस के खिलाफ अपनी जंग ਨੂੰ मजबूत करने के लिए अमरीका तो लड़ाकू जहाज़ मंगे ने। ये जानिया जाता है कि पिछले हफ्ते बाइडन ने ऐलान किया सीगा कि वो यूक्रेन ਨੂੰ 31 M1 अब्राम टैंक भेजणगे। इस तो पहला राष्ट्रपति बाइडन ने यूक्रेन के लिए $2.5 बिलियन का रक्षा पैकेज दिता सी, जिस तो बाद ज़ेलेंस्की ने युद्ध विच अमरीकी सहायता लिए धन्यवाद प्रगटाया सी। पश्चिमी देशों वालों यूक्रेन ਨੂੰ लीपॉड ਅਤੇ ब्राह्म्स टैंकों समेत आधुनिक हथियार दिए जाने के ऐलान तो बाद रूस ने उत्तरी ਅਤੇ पूर्वी यूक्रेन ते हमले तेज कर दिते हैं। अमेरिका 'ਚ गोलीबारी ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਅਜਿਹੀ ਘਟਨਾਵਾਂ ਵੱਖ-ਵੱਖ ਸ਼ਹਿਰਾਂ ਤੋਂ ਲਗਾਤਾਰ ਸਾਹਮਣੇ ਆ ਰਹੀਆਂ ਨੇ। ਫਲੋਰੀਡਾ ਸ਼ਹਿਰ ਵਿੱਚ ਇਸ ਵਾਰ ਕੁਝ ਬਦਮਾਸ਼ਾਂ ਨੇ ਚਲਦੀ ਗੱਡੀ 'ਚੋਂ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ, ਜਿਸ ਦੇ ਨਾਲ 10 ਲੋਕ ਜ਼ਖਮੀ ਹੋਏ ਨੇ। ਮੈਮਫਿਸ ਪੁਲਿਸ ਵਿਭਾਗ ਦੇ ਅਫਸਰਾਂ ਦੇ ਵੱਲੋਂ ਇੱਕ ਟ੍ਰੈਫਿਕ ਸਟਾਪ ਤੇ ਟਾਇਰ ਨਿਕੋਲਸ ਨਾਮੀ ਕਾਲੇ ਵਿਅਕਤੀ ਨਾਲ ਹੋਈ ਟਕਰਾਰ ਉਪਰੰਤ ਉਸਦੀ ਕੀਤੀ ਗਈ ਪੂਰੀ ਤਰ੍ਹਾਂ ਨਾਲ ਕੁੱਟਮਾਰ ਤੋਂ ਬਾਅਦ ਹੋਈ ਮੌਤ ਦੇ ਮਾਮਲੇ ਨੂੰ ਲੈ ਕੇ ਅਮਰੀਕਾ ਦੇ ਕੈਲੀਫੋਰਨੀਆ ਰਾਜ ਸਮੇਤ ਹੋਰ ਥਾਵਾਂ ਤੇ ਲੋਕਾਂ ਨੇ ਪ੍ਰਦਰਸ਼ਨ ਕਰਕੇ ਇਨਸਾਫ ਦੀ ਮੰਗ ਕੀਤੀ। ਲੋਕਾਂ ਵੱਲੋਂ ਸੈਨ ਫਰਾਂਸਿਸਕੋ, ਲਾਸ ਏਂਜਲਸ, ਬਾਲਟਿਮੋਰ, ਬੋਸਟਨ, ਐਟਲਾਂਟਾ, ਪੋਰਟਲੈਂਡ ਤੇ ਨਿਊਯਾਰਕ ਵਿਖੇ ਜ਼ੋਰਦਾਰ ਪ੍ਰਦਰਸ਼ਨ ਕਰਨ ਦੀਆਂ ਖਬਰਾਂ ਨੇ। प्रदर्शनकारियों ने पुलिस खिलाफ नारेबाजी की ते पुलिस की धक्केशाही खत्म करने की मांग की। लोगों का कहना है पुलिस लोगों की रक्षा करने की चुक सौं की पालना करने च नाकाम रही है। हालांकि निकोल्स की कुटमार 7 जनवरी को हुई सी ते उसकी मौत 3 दिन बाद 10 जनवरी को हुई सी, पर कुटमार की वीडियो बीते दिन जारी की गई, जिस उपरंत लोगों च गुस्सा ते रो पाया जा रहा ते वो सड़कों उपर उतर आए। वीडियो विच पुलिस अफसर निकोल्स नूं डांगा नाल कुटते नजर आए। 23 मिनट बाद जमीन उपर डिगे पे निकोल्स नूं स्ट्रैचर ते पा के हॉस्पिटल लिजाया गया। इत्थे जिक्रयोग है कि कुटमार की इस घटना विच शामिल 5 पुलिस अफसरां नूं बर्खास्त करके उन्हां विरुद्ध हत्या ते अगवा का मामला दर्ज कर लिया गया है ते मैमफिस पुलिस विभाग भंग कर दिता गया है। अमेरिका के जो बाइडन प्रशासन ने देश में लागू कोविड पब्लिक हैल्थ एमरजेंसी और राष्ट्रीय एमरजेंसी को खत्म करने के लिए तैयारियां शुरू कर दित्तियां ने। अमरीकी सरकार ने ऐलान किया है कि 11 मई तो देश में दोवें एमरजेंसी खत्म कर दित्तियां जाणगियां। जनवरी 2020 में तत्काली ट्रंप सरकार ने कोरोना महामारी का सामना करने के लिए अमेरिका में यह एमरजेंसी लागू की सी। अमेरिका के मिसौरी में एक औरत नूं अपने जुड़वा बच्चों का कतल करने का दोषी ठहराया गया। औरत ने पहला दस्सिया कि उसके बच्चे मरे हुए पैदा हुए सन। माइन कैस्टर नूं शुक्रवार नूं गैर इरादतन कतल अते बच्चों दीयां जानां नूं खतरे विच पाउण दे 2 मामलों च दोषी ठहराया गया। सेंट लुइस पोस्ट डिस्पैच की खबर के मुताबक जूरी ने उसनूं कतल का दोषी ठहराउण की बजाय घट अपराधों विच दोषी पाया। वकीलों ने दलील दी कि कैस्टन वालों बच्चों की देखभाल च बरती गई लापरवाही तो पता लगता है कि उन्होंने मौत का कारण बनी। बच्चों के जन्म तो पहला उसने गर्भपात और गर्भपात के तरीकों के लिए इंटरनेट पर व्यापक खोज की, जिस तो पता चलता है कि वह बच्चे नहीं चाहती सी। कैस्टन ने ज्यूरी को दस्सिया कि उसने बच्चों के जन्म तो 3 दिन बाद उन्होंने गोद देने की योजना बनाई, पर इस तो पहला ही बच्चों की मौत हो गई क्योंकि कुछ खा नहीं रहे सन। असिस्टेंट प्रोसिक्यूटिंग अटॉर्नी थॉमस डेटमेयर ने कहा, सानू 2 मृतक बच्चे मिले, उन्होंने नहीं चाहती सी, उसनू उन्होंने परवाह नहीं सी, उन्होंने उनके नाम भी नहीं रखे सी। कैस्टन ने वकीलों ने कहा कि वह कुछ सोच नहीं पा रही सी अते उसनू बच्चों दीयां जानां नू की खतरा हो सकता है, इसका कोई अंदाज़ा नहीं सी। कैस्टन ने ज्यूरी नू दस्सिया, मैं सदमे विच सी, मैनू नहीं पता सीगा कि की करना है। अमेरिका के साबका राष्ट्रपति डोनाल्ड ट्रंप ने 2024 ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੇ ਲਈ ਆਪਣੀ ਪ੍ਰਚਾਰ ਮੁਹਿੰਮ ਸ਼ੁਰੂ ਕਰ ਦਿੱਤੀ ਸੀ। 2 ਮਹੀਨੇ ਤੋਂ ਵੱਧ ਸਮਾਂ ਪਹਿਲਾਂ ਉਹਨਾਂ ਨੇ ਤੀਜੀ ਵਾਰ ਰਾਸ਼ਟਰਪਤੀ ਚੋਣਾਂ 'ਚ ਕਿਸਮਤ ਅਜ਼ਮਾਉਣ ਦਾ ਐਲਾਨ ਕੀਤਾ ਸੀ। ਸਾਲੇਮ ਦੇ ਨਿਊ ਹੈਂਪਸ਼ਾਇਰ ਵਿੱਚ ਰਿਪਬਲਿਕ ਪਾਰਟੀ ਦੀ ਸਾਲਾਨਾ ਮੀਟਿੰਗ ਵਿੱਚ ਟਰੰਪ ਨੇ ਪਾਰਟੀ ਨੇਤਾਵਾਂ ਨੂੰ ਕਿਹਾ ਹੈ, ਇਹ ਉਹ ਥਾਂ ਹੈ ਜਿੱਥੇ ਅਸੀਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਵਜੋਂ ਆਪਣੀ ਮੁਹਿੰਮ ਦੀ ਸ਼ੁਰੂਆਤ ਕਰ ਰਹੇ ਹਾਂ। ट्रंप कोलंबिया जाने तो पहला सालेम विच रुके हुए सी। उन्होंने सलाम विच रिपब्लिकन पार्टी के नेतावां नूं दक्षिणी कैरोलीना की अपनी प्रचार टीम तो वाकफ कराउणा सी। ट्रंप ने कहा, मैं हुण होर नाराज़ हाँ अते मैं पहलां दी तुलना दे विच ज़्यादा वचनबद्ध हाँ। फिलहाल सिर्फ ट्रंप ने ही 2024 दीयां राष्ट्रपति चोणां लई अपनी उम्मीदवारी ऐलानी है। फ्लोरिडा के गवर्नर R.D. सेंट्स, साबका उप राष्ट्रपति माइक पेंस, दक्षिणी कैरोलीना की साबका गवर्नर निकी हेली अते कई संभावी उम्मीदवारों के आने वाले महीनों अपनियां मुहिमां शुरू करने की उम्मीद है।
ਚੀਨ ਅਕਸਰ ਦੂਜੇ ਦੇਸ਼ਾਂ ਦੇ ਇਲਾਕਿਆਂ ਤੇ ਆਪਣਾ ਦਾਅਵਾ ਕਰਦਾ ਰਹਿੰਦਾ ਹੈ, ਪਰ ਭਵਿੱਖ ਵਿੱਚ ਉਹ ਚੰਨ ਤੇ ਵੀ ਕਬਜ਼ਾ ਕਰ ਸਕਦਾ ਹੈ। ਨਾਸਾ ਦੇ ਪ੍ਰਸ਼ਾਸਕ ਬਿਲ ਨੈਲਸਨ ਨੇ ਚੀਨ ਦੀਆਂ ਪੁਲਾੜ ਇੱਛਾਵਾਂ ਬਾਰੇ ਚਿੰਤਾਵਾਂ ਜ਼ਾਹਿਰ ਕੀਤੀਆਂ ਕਿ ਚੀਨ ਚੰਨ ਤੇ ਅਮੀਰ ਸਰੋਤ ਖੇਤਰਾਂ ਤੇ ਆਪਣਾ ਦਾਅਵਾ ਕਰ ਸਕਦਾ ਹੈ। ਇੰਡੋ ਪੈਸੀਫਿਕ ਸੈਂਟਰ ਫਾਰ ਸਟ੍ਰੈਟੇਜਿਕ ਕਮਿਊਨੀਕੇਸ਼ਨ ਦੀ ਰਿਪੋਰਟ ਦੇ ਮੁਤਾਬਕ ਚਾਈਨਾ ਆਪਣੇ ਸਪੇਸ ਪ੍ਰੋਗਰਾਮ ਰਾਹੀਂ ਖੁਦ ਨੂੰ ਫੌਜੀ, ਆਰਥਿਕ ਅਤੇ ਤਕਨੀਕੀ ਸ਼ਕਤੀ ਬਣਾਉਣ ਦੀ ਕੋਸ਼ਿਸ਼ ਕਰ ਰਿਹਾ। ਨੈਲਸਨ ਨੇ 1 ਜਨਵਰੀ ਨੂੰ ਪੋਲੀਟੀਕੋ ਨਾਲ ਇੱਕ ਇੰਟਰਵਿਊ ਵਿੱਚ ਕਿਹਾ ਉਸ ਨੂੰ ਚਿੰਤਾ ਹੈ ਕਿ ਚਾਈਨਾ ਚੰਨ ਤੇ ਸਰੋਤਾਂ ਨਾਲ ਭਰਪੂਰ ਖੇਤਰਾਂ 'ਚ ਵਿਗਿਆਨਕ ਖੋਜ ਸਟੇਸ਼ਨ ਬਣਾਏਗਾ ਤੇ ਫਿਰ ਇਸ ਤੇ ਪ੍ਰਭੂ ਸੱਤਾ ਦਾ ਦਾਅਵਾ ਕਰੇਗਾ। IPCSC ਨੇ ਦੱਸਿਆ ਕਿ ਬੀਜਿੰਗ ਚੰਨ ਦੇ ਦੱਖਣੀ ਧਰੁਵ ਨੇੜੇ ਇੱਕ ਖੁਦਮੁਖਤਿਆਰੀ ਚੰਦਰ ਖੋਜ ਸਟੇਸ਼ਨ ਬਣਾਉਣ ਦੀ ਯੋਜਨਾ ਬਣਾ ਰਿਹਾ, ਜਿਸ ਤੇ 2025 ਵਿੱਚ ਚਾਲੂ ਹੋਣ ਦੀ ਉਮੀਦ ਹੈ। ਚਾਈਨਾ ਆਰਥਿਕ ਲਾਭ ਅਤੇ ਰਣਨੀਤਿਕ ਕਾਰਨਾਂ ਕਰਕੇ ਪੁਲਾੜ ਯੁੱਧ ਜਿੱਤਣ ਦੀ ਕੋਸ਼ਿਸ਼ ਕਰ ਰਿਹਾ। IPCSC ਦੇ ਅਨੁਸਾਰ ਚਾਈਨਾ ਏਰੋਸਪੇਸ ਸਾਇੰਸ ਐਂਡ ਟੈਕਨੋਲੋਜੀ ਕਾਰਪੋਰੇਸ਼ਨ ਦੇ ਚੇਅਰਮੈਨ ਵੂ ਯਾਂਸ਼ਿੰਗ ਨੇ 20 ਦਸੰਬਰ ਨੂੰ ਚਾਈਨਾ ਦੇ ਪੁਲਾੜ ਵਿਕਾਸ ਟੀਚਿਆਂ ਦੀ ਰੂਪਰੇਖਾ ਤਿਆਰ ਕੀਤੀ। ਚਾਈਨਾ ਨੇ 2023 ਦੇ ਵਿੱਚ 60 ਤੋਂ ਵੱਧ ਪੁਲਾੜ ਮਿਸ਼ਨਾਂ ਦੇ ਨਾਲ 200 ਤੋਂ ਵੱਧ ਪੁਲਾੜ ਯਾਨ ਲਾਂਚ ਕਰਨ ਦੀ ਯੋਜਨਾ ਬਣਾਈ। ਰਿਪੋਰਟ ਵਿੱਚ ਕਿਹਾ ਗਿਆ ਕਿ ਚਾਈਨਾ ਅਤੇ ਰੂਸ ਕੋਲ ਪਹਿਲਾਂ ਹੀ ਖਤਰਨਾਕ ਉਪਗ੍ਰਹਿ ਨੇ ਜੋ ਅਮਰੀਕੀ ਉਪਗ੍ਰਹਿਾਂ ਨੂੰ ਤਬਾਹ ਕਰ ਸਕਦੇ ਨੇ ਅਤੇ ਤਬਾਹੀ ਮਚਾ ਸਕਦੇ ਨੇ। ਜਾਪਾਨ ਅਤੇ ਨੀਦਰਲੈਂਡ ਨੇ ਆਧੁਨਿਕ ਕੰਪਿਊਟਰ ਚਿਪ ਬਣਾਉਣ 'ਚ ਵਰਤੀ ਜਾਣ ਵਾਲੀ ਸਮੱਗਰੀ ਹਾਸਲ ਕਰਨ ਤੋਂ ਚਾਈਨਾ ਨੂੰ ਰੋਕਣ ਦੇ ਲਈ ਅਮਰੀਕਾ ਨਾਲ ਸਮਝੌਤਾ ਕੀਤਾ ਹੈ। ਇਸ ਸਮਝੌਤੇ ਦੀ ਜਾਣਕਾਰੀ ਰੱਖਣ ਵਾਲੇ ਇੱਕ ਵਿਅਕਤੀ ਨੇ ਇਹ ਸੂਚਨਾ ਦਿੱਤੀ, ਪਰ ਉਸਨੇ ਪਛਾਣ ਉਜਾਗਰ ਕਰਨ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਸਮਝੌਤੇ ਦਾ ਅਜੇ ਰਸਮੀ ਐਲਾਨ ਨਹੀਂ ਹੋਇਆ। ਅਜੇ ਇਹ ਸਪਸ਼ਟ ਨਹੀਂ ਹੈ ਕਿ ਤਿੰਨੋਂ ਧਿਰਾਂ ਸਮਝੌਤੇ ਦਾ ਐਲਾਨ ਕਦੋਂ ਕਰਨਗੀਆਂ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੇ ਪ੍ਰਸ਼ਾਸਨ ਨੇ ਆਧੁਨਿਕ ਚਿਪ ਹਾਸਲ ਕਰਨ ਤੋਂ ਚਾਈਨਾ ਨੂੰ ਰੋਕਣ ਦੇ ਲਈ ਅਕਤੂਬਰ 'ਚ ਬਰਾਮਦ ਕੰਟਰੋਲ ਲਾਗੂ ਕੀਤਾ ਸੀ। ਬਾਈਡਨ ਪ੍ਰਸ਼ਾਸਨ ਦਾ ਕਹਿਣਾ ਕਿ ਉન્નਤ ਚਿਪ ਦੀ ਵਰਤੋਂ ਹਥਿਆਰ ਬਣਾਉਣ, ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਅਤੇ ਉਸਦੇ ਫੌਜੀ ਉਪਕਰਨਾਂ ਦੀ ਗਤੀ ਅਤੇ ਸਟੀਕਤਾ ਨੂੰ ਬਿਹਤਰ ਬਣਾਉਣ ਦੇ ਲਈ ਕੀਤੀ ਜਾ ਸਕਦੀ ਹੈ। ਇਸ ਮਹੀਨੇ ਬਾਈਡਨ ਨੇ ਬਰਾਮਦ ਕੰਟਰੋਲ ਮਜ਼ਬੂਤ ਕਰਨ ਦੇ ਲਈ ਜਾਪਾਨ ਦੇ ਪ੍ਰਧਾਨ ਮੰਤਰੀ ਫੂਮੀਓ ਕਿਸ਼ਿਦਾ ਅਤੇ ਪੁਰਤਗਾਲ ਦੇ ਪ੍ਰਧਾਨ ਮੰਤਰੀ ਮਾਰਕ ਰੂਟ ਨਾਲ ਵੱਖਰੇ ਤੌਰ ਤੇ ਮੁਲਾਕਾਤ ਕੀਤੀ ਸੀ। ਨੀਦਰਲੈਂਡਸ ਵਿੱਚ ਸੈਮੀਕੰਡਕਟਰ ਉਤਪਾਦਨ ਉਪਕਰਨਾਂ ਦੀ ਪ੍ਰਮੁੱਖ ਨਿਰਮਾਤਾ ਕੰਪਨੀ ASML ਨੇ ਕਿਹਾ ਹੈ ਕਿ ਉਸ ਨੂੰ ਸਮਝੌਤੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ASML ਅਜਿਹੀਆਂ ਮਸ਼ੀਨਾਂ ਦੀ ਦੁਨੀਆ ਦੀ ਇਕਲੌਤੀ ਨਿਰਮਾਤਾ ਕੰਪਨੀ ਹੈ ਜੋ ਆਧੁਨਿਕ ਸੈਮੀਕੰਡਕਟਰ ਚਿਪ ਬਣਾਉਣ ਦੇ ਲਈ ਅਤਿਅੰਤ ਅਲਟਰਾ ਵਾਇਲਟ ਲਿਥੋਗ੍ਰਾਫੀ ਦੀ ਵਰਤੋਂ ਕਰਦੀ ਹੈ। ਪੁਰਤਗਾਲ ਸਰਕਾਰ ਨੇ 2019 ਦੇ ਬਾਅਦ ਤੋਂ ਚਾਈਨਾ ਨੂੰ ਉਪਕਰਨਾਂ ਦੀ ਬਰਾਮਦ ਕਰਨ ਤੋਂ ਰੋਕਿਆ ਹੋਇਆ ਹੈ, ਪਰ ਕੰਪਨੀ ਫਿਰ ਵੀ ਚਾਈਨਾ ਨੂੰ ਘੱਟ ਗੁਣਵੱਤਾ ਵਾਲੇ ਲਿਥੋਗ੍ਰਾਫੀ ਉਪਕਰਨ ਭੇਜਦੀ ਰਹੀ ਹੈ। ਸਿਆਸੀ ਸਲਾਹਕਾਰ ਸ਼ਾਸਤੀ ਕੋਨਰਾਡ ਨੂੰ ਵਾਸ਼ਿੰਗਟਨ ਸਟੇਟ ਡੈਮੋਕ੍ਰੈਟਿਕ ਪਾਰਟੀ ਦੀ ਨਵੀਂ ਮੁਖੀ ਚੁਣਿਆ ਗਿਆ। ਇਸ ਦੇ ਨਾਲ ਹੀ ਉਹ ਅਮਰੀਕਾ 'ਚ ਸਟੇਟ ਪਾਰਟੀ ਪ੍ਰਮੁੱਖ ਦੇ ਰੂਪ ਵਿੱਚ ਸੇਵਾ ਕਰਨ ਵਾਲੇ ਸਭ ਤੋਂ ਘੱਟ ਉਮਰ ਦੀ ਅਤੇ ਪਹਿਲੀ ਭਾਰਤੀ ਅਮਰੀਕੀ ਮਹਿਲਾ ਬਣ ਗਏ ਨੇ। ਕੋਨਰਾਡ ਸਾਲ 2018 ਤੋਂ ਸਿਆਸੀ ਮੁਹਿੰਮਾਂ ਤੇ ਕੰਮ ਕਰ ਰਹੇ ਨੇ। ਸਟੇਟ ਡੈਮੋਕ੍ਰੈਟਿਕ ਪਾਰਟੀ ਦੀ ਮੁਖੀ ਚੁਣੇ ਜਾਣ ਤੋਂ ਬਾਅਦ ਕੋਨਰਾਡ ਨੇ ਕਿਹਾ ਕਿ ਸਟੇਟ ਪਾਰਟੀ ਦੀ ਪ੍ਰਧਾਨ ਦੇ ਰੂਪ ਦੇ ਵਿੱਚ ਬੈਲਟ ਬਾਕਸ ਵਿੱਚ ਹਾਸਲ ਕੀਤੀ ਗਈ ਸ਼ਾਨਦਾਰ ਸਫਲਤਾ ਨੂੰ ਅੱਗੇ ਵਧਾਉਣ ਦਾ ਮੌਕਾ ਪਾ ਕੇ ਮੈਂ ਬਹੁਤ ਮਾਣ ਮਹਿਸੂਸ ਕਰ ਰਹੀ ਹਾਂ। ਉਹਨਾਂ ਨੇ ਕਿਹਾ ਕਿ ਮੈਂ ਹਰ ਭਾਈਚਾਰੇ ਦੇ ਡੈਮੋਕ੍ਰੈਟਿਕ ਨੇਤਾਵਾਂ ਦੇ ਨਾਲ ਮਿਲ ਕੇ ਇੱਕ ਫੀਲਡ ਆਪਰੇਸ਼ਨ ਦੇ ਲਈ ਉਤਸ਼ਾਹਿਤ ਹਾਂ ਜੋ ਇਹ ਸੰਦੇਸ਼ ਦੇਵੇਗਾ ਕਿ ਵਾਸ਼ਿੰਗਟਨ ਡੈਮੋਕ੍ਰੈਟਿਕ ਹਰ ਇੱਕ ਵੋਟਰ ਨੂੰ ਕੰਮ ਕਰਨ ਨਾਲ ਲਾਭ ਕਿਵੇਂ ਪਹੁੰਚਦਾ ਰਹੇ। ਅਮਰੀਕਾ ਦੇ ਉੱਤਰੀ ਕੈਰੋਲੀਨਾ ਸੂਬੇ 'ਚ ਇੱਕ ਗੁਰਦੁਆਰਾ ਸਾਹਿਬ ਤੇ ਬਾਰ-ਬਾਰ ਹੋ ਰਹੇ ਹਮਲਿਆਂ ਅਤੇ ਭੰਨ-ਤੋੜ ਕੀਤੇ ਜਾਣ ਦੀਆਂ ਘਟਨਾਵਾਂ ਵਾਪਰਨ ਤੋਂ ਬਾਅਦ ਸਿੱਖਾਂ ਨੇ ਇਹਨਾਂ ਹਮਲਿਆਂ ਦੀ ਵਿਆਪਕ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਸਥਾਨਕ ਅਖਬਾਰ ਦਾ ਸ਼ਾਰਲੌਟ ਆਬਜ਼ਰਵਰ 'ਚ ਕੁਝ ਸਿੱਖਾਂ ਦੇ ਹਵਾਲੇ ਨਾਲ ਛਪੀ ਰਿਪੋਰਟ 'ਚ ਦੱਸਿਆ ਗਿਆ ਕਿ ਪਿਛਲੇ ਸਾਲ ਦੇ ਅਖੀਰ ਵਿੱਚ ਉੱਤਰੀ ਕੈਰੋਲੀਨਾ ਦੇ ਈਸਟ ਐਰੋਵੁੱਡ ਰੋਡ ਤੇ ਸਥਿਤ ਗੁਰਦੁਆਰਾ ਸਾਹਿਬ ਖਾਲਸਾ ਦਰਬਾਰ ਦੇ ਆਲੇ-ਦੁਆਲੇ ਕੂੜਾ ਸੁੱਟੇ ਜਾਣ ਦੀ ਘਟਨਾ ਬਾਅਦ ਨਵੇਂ ਸਾਲ ਵਿੱਚ 3 ਜਨਵਰੀ ਨੂੰ ਗੁਰਦੁਆਰਾ ਸਾਹਿਬ ਨੇੜੇ ਸਿਕਿਉਰਿਟੀ ਕੈਮਰੇ ਖਰਾਬ ਪਾਏ ਗਏ ਅਤੇ ਗੁਰਦੁਆਰਾ ਸਾਹਿਬ ਦੀ ਇੱਕ ਖਿੜਕੀ ਟੁੱਟੀ ਪਾਈ ਗਈ। ਇਸ ਤੋਂ 2 ਦਿਨ ਬਾਅਦ ਬੱਚਿਆਂ ਦੇ ਕਮਰੇ ਦੀ ਖਿੜਕੀ ਤੋੜ ਦਿੱਤੀ ਗਈ। ਗੁਰਦੁਆਰਾ ਕਮੇਟੀ ਦੇ ਇੱਕ ਮੈਂਬਰ ਪਵਨਜੀਤ ਸਿੰਘ ਨੇ ਦੱਸਿਆ ਕਿ ਸ਼ਾਰਲੌਟ ਵਿੱਚ ਸਾਡਾ ਛੋਟਾ ਜਿਹਾ ਭਾਈਚਾਰਾ ਹੈ ਅਤੇ ਅਜਿਹੀਆਂ ਘਟਨਾ ਵਾਪਰਨਾ ਮੰਦਭਾਗੀ ਹੈ। ਸਿੱਖਾਂ ਨੇ 1 ਦਸੰਬਰ 2022 ਤੋਂ 13 ਜਨਵਰੀ 2023 ਤੱਕ ਵਾਪਰੀਆਂ ਇਹਨਾਂ ਘਟਨਾਵਾਂ ਦੀ ਰਿਪੋਰਟ ਪੁਲਿਸ ਕੋਲ ਨਹੀਂ ਕੀਤੀ ਸੀ, ਪਰ ਹੁਣ ਸਿੱਖ ਭਾਈਚਾਰੇ ਵੱਲੋਂ ਕਾਨੂੰਨੀ ਪਹਿਲ ਕਦਮੀ ਕੀਤੇ ਜਾਣ ਬਾਰੇ ਵਿਚਾਰ ਕੀਤਾ ਜਾ ਰਿਹਾ।
ਬਰੈਂਪਟਨ ਵਿੱਚ ਦੋ ਗੱਡੀਆਂ ਦੀ ਟੱਕਰ ਹੋਣ ਕਾਰਨ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਕਾਰਨ ਪੀਲ ਪੁਲਿਸ ਨੇ ਅਫਸਰ ਸਣੇ ਦੋ ਵਿਅਕਤੀ ਗੰਭੀਰ ਜ਼ਖਮੀ ਹੋ ਗਏ। ਇਹ ਹਾਦਸਾ ਰੁਦਰਫੋਰਡ ਰੋਡ ਤੇ ਵਾਪਰਿਆ। ਦੋਵੇਂ ਜ਼ਖਮੀਆਂ ਨੂੰ ਸਥਾਨਕ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਗਿਆ, ਜਿੱਥੇ ਉਹਨਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਕੈਨੇਡਾ ਦੀ ਰਾਜਧਾਨੀ ਵਿੱਚ 1 ਸਾਲ ਪਹਿਲਾਂ ਖੌਰੂ ਪਾਉਣ ਵਾਲੇ ਫਰੀडम ਕਨਵॉय ਦੇ ਮੈਂਬਰ ਐਤਵਾਰ ਨੂੰ ਮੁੜ ਪਾਰਲੀਮੈਂਟ ਹਿੱਲ ਤੇ ਪੁੱਜਣੇ ਸ਼ੁਰੂ ਹੋ ਗਏ। ਦੂਜੇ ਪਾਸੇ ਪੁਲਿਸ ਨੇ ਬਗੈਰ ਦੇਰ ਕੀਤਿਆਂ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ 23 ਗੱਡੀਆਂ ਜ਼ਬਤ ਕਰਦਿਆਂ ਪਾਬੰਦੀਸ਼ੁਦਾ ਇਲਾਕੇ ਵਿੱਚ ਦਾਖਲ ਹੋਣ ਵਿਰੁੱਧ 192 ਟਿਕਟਾਂ ਜਾਰੀ ਕਰ ਦਿੱਤੀਆਂ। ਪਾਕਿਸਤਾਨ ਵਿਖੇ ਪੇਸ਼ਾਵਰ ਦੀ ਪੁਲਿਸ ਲਾਈਨਜ਼ ਵਿੱਚ ਇੱਕ ਮਸਜਿਦ ਦੇ ਅੰਦਰ ਹੋਏ ਆਤਮਘਾਤੀ ਬੰਬ ਧਮਾਕੇ 'ਚ ਮਲਬੇ 'ਚੋਂ 9 ਹੋਰ ਲਾਸ਼ਾਂ ਬਰਾਮਦ ਹੋਣ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 90 ਹੋ ਗਈ ਹੈ। ਪੁਲਿਸ ਨੇ ਦੱਸਿਆ ਕਿ ਧਮਾਕਾ ਸੋਮਵਾਰ ਦੁਪਹਿਰ 1 ਵਜੇ ਮਸਜਿਦ ਦੇ ਸੈਂਟਰਲ ਹਾਲ 'ਚ ਹੋਇਆ। ਇਸ ਹਮਲੇ ਦੀ ਜ਼ਿੰਮੇਵਾਰੀ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨੇ ਲਈ ਹੈ। ਇਸ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਾਕਿਸਤਾਨ ਦੇ ਪੇਸ਼ਾਵਰ ਵਿੱਚ ਸ਼ਰਧਾਲੂਆਂ ਤੇ ਹੋਏ ਅੱਤਵਾਦੀ ਹਮਲੇ ਦੀ ਨਿੰਦਾ ਕੀਤੀ ਹੈ। ਉਹਨਾਂ ਨੇ ਟਵੀਟ ਕੀਤਾ ਹੈ ਕਿ ਕੈਨੇਡੀਅਨ ਪਾਕਿਸਤਾਨ ਦੇ ਪੇਸ਼ਾਵਰ ਵਿੱਚ ਸ਼ਰਧਾਲੂਆਂ ਤੇ ਘਿਨੌਣੇ ਅੱਤਵਾਦੀ ਹਮਲੇ ਦੀ ਸਖਤ ਨਿੰਦਾ ਕਰਦੇ ਨੇ। ਮੇਰੀ ਹਮਦਰਦੀ ਪੀੜਤਾਂ ਅਤੇ ਉਹਨਾਂ ਲੋਕਾਂ ਦੇ ਨਾਲ ਹੈ ਜੋ ਇਸ ਔਖੇ ਸਮੇਂ 'ਚ ਦੁਖੀ ਨੇ। ਖੈਬਰ ਪਖਤੂਨਖਵਾ ਦੇ ਖੈਰਟੇਕਰ ਮੁੱਖ ਮੰਤਰੀ ਮੁਹੰਮਦ ਆਜ਼ਮ ਖਾਨ ਨੇ ਹਮਲੇ ਤੋਂ ਬਾਅਦ ਮੰਗਲਵਾਰ ਨੂੰ ਸੂਬੇ ਵਿੱਚ ਇੱਕ ਦਿਨ ਤੇ ਸੋਗ ਦਾ ਐਲਾਨ ਕੀਤਾ। ਉਹਨਾਂ ਨੇ ਕਿਹਾ ਕਿ ਸੂਬੇ ਭਰ ਵਿੱਚ ਕੌਮੀ ਝੰਡਾ ਅੱਧਾ ਚੁੱਕਿਆ ਰਹੇਗਾ। ਆਜ਼ਮ ਖਾਨ ਨੇ ਪੀੜਤ ਪਰਿਵਾਰਾਂ ਨੂੰ ਇਹ ਵੀ ਭਰੋਸਾ ਦਿਵਾਇਆ ਕਿ ਸੂਬਾਈ ਸਰਕਾਰ ਦੁਖਾਂਤ ਦੇ ਬਾਅਦ ਉਹਨਾਂ ਨੂੰ ਇਕੱਲਾ ਨਹੀਂ ਛੱਡੇਗੀ। ਦਾ ਨਿਊਜ਼ ਇੰਟਰਨੈਸ਼ਨਲ ਦੇ ਮੁਤਾਬਕ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਪੇਸ਼ਾਵਰ ਪਹੁੰਚੇ, ਜਿੱਥੇ ਉਹਨਾਂ ਨੂੰ ਬੰਬ ਧਮਾਕੇ ਦੇ ਸਾਰੇ ਪਹਿਲੂਆਂ ਤੋਂ ਜਾਣੂ ਕਰਵਾਇਆ ਗਿਆ ਅਤੇ ਉਹਨਾਂ ਨੇ ਜ਼ਖਮੀਆਂ ਦਾ ਵੀ ਦੌਰਾ ਕੀਤਾ। ਖੈਬਰ ਪਖਤੂਨਖਵਾ ਪੁਲਿਸ ਦੇ ਇੰਸਪੈਕਟਰ ਜਨਰਲ ਮੁਅੱਜ਼ਮ ਜਾਹ ਅੰਸਾਰੀ ਨੇ ਕਿਹਾ ਕਿ ਹਮਲਾ ਕਿਵੇਂ ਹੋਇਆ ਅਤੇ ਅੱਤਵਾਦੀ ਆਸ-ਪਾਸ ਦੇ ਇਲਾਕੇ 'ਚ ਕਿਵੇਂ ਦਾਖਲ ਹੋਇਆ, ਇਸ ਬਾਰੇ ਜਾਂਚ ਚੱਲ ਰਹੀ ਹੈ। ਉਹਨਾਂ ਨੇ ਅੱਗੇ ਕਿਹਾ ਕਿ ਪੁਲਿਸ ਲਾਈਨ ਦੇ ਅੰਦਰ ਪਰਿਵਾਰਕ ਕੁਆਟਰ ਨੇ ਅਤੇ ਹਮਲਾਵਰ ਪਹਿਲਾਂ ਤੋਂ ਹੀ ਇਸ ਇਲਾਕੇ ਵਿੱਚ ਰਹਿ ਸਕਦਾ ਹੈ। ਲੇਡੀ ਰੀਡਿੰਗ ਹਸਪਤਾਲ ਦੇ ਬੁਲਾਰੇ ਮੁਹੰਮਦ ਅਸੀਮ ਨੇ ਦੱਸਿਆ ਕਿ ਧਮਾਕੇ ਤੋਂ ਬਾਅਦ 200 ਜ਼ਖਮੀਆਂ ਨੂੰ ਮੈਡੀਕਲ ਸਹੂਲਤ ਦੇ ਲਈ ਲਿਆਂਦਾ ਗਿਆ। ਖਬਰਾਂ ਦੇ ਮੁਤਾਬਕ ਲੇਡੀ ਰੀਡਿੰਗ ਹਸਪਤਾਲ 'ਚ 55 ਜ਼ਖਮੀਆਂ ਦਾ ਇਲਾਜ ਚੱਲ ਰਿਹਾ। ਹਸਪਤਾਲ ਨੇ ਲੋਕਾਂ ਨੂੰ ਪੀੜਤਾਂ ਦੇ ਲਈ ਖੂਨਦਾਨ ਕਰਨ ਦੀ ਅਪੀਲ ਕੀਤੀ ਹੈ। ਜ਼ਖਮੀਆਂ 'ਚੋਂ ਕੁਝ ਦੀ ਹਾਲਤ ਨਾਜ਼ੁਕ ਹੈ, ਜਦਕਿ ਜ਼ਿਆਦਾਤਰ ਦੀ ਹਾਲਤ ਸੰਤੋਸ਼ਜਨਕ ਹੈ। ਜ਼ਖਮੀਆਂ ਅਤੇ ਮਰਨ ਵਾਲਿਆਂ 'ਚ ਜ਼ਿਆਦਾਤਰ ਪੁਲਿਸ ਅਧਿਕਾਰੀ ਸ਼ਾਮਲ ਨੇ। ਏਅਰ ਇੰਡੀਆ ਦੇ ਜਹਾਜ਼ ਵਿੱਚ ਸੁਰੱਖਿਆ 'ਚ ਕਿਸੇ ਵੀ ਤਰ੍ਹਾਂ ਦੀ ਕਮੀ ਦਾ ਪਤਾ ਹੁਣ ਮਿੰਟਾਂ ਵਿੱਚ ਲੱਗ ਜਾਏਗਾ। ਦਰਅਸਲ ਕੰਪਨੀ ਕੌਰਸਨ ਇੱਕ ਕਲਾਊਡ ਸੌਫਟਵੇਅਰ ਐਪਲੀਕੇਸ਼ਨ ਦੀ ਵਰਤੋਂ ਕਰੇਗੀ ਜੋ ਰੀਅਲ ਟਾਈਮ ਜਾਣਕਾਰੀ ਪ੍ਰਦਾਨ ਕਰੇਗੀ। ਇਹ ਕਦਮ ਸੁਰੱਖਿਆ ਪ੍ਰਬੰਧਨ ਨੂੰ ਵਧਾਉਣ ਅਤੇ ਉਡਾਣ ਦੌਰਾਨ ਹੋਣ ਵਾਲੀਆਂ ਘਟਨਾਵਾਂ ਦੀ ਰੀਅਲ ਟਾਈਮ ਰਿਪੋਰਟਿੰਗ ਦੀ ਸਹੂਲਤ ਲਈ ਚੁੱਕਿਆ ਗਿਆ। ਟਾਟਾ ਸਮੂਹ ਦੀ ਮਾਲਕੀ ਵਾਲੀ ਏਅਰਲਾਈਨ ਦਾ ਇਹ ਐਲਾਨ ਪਿਛਲੇ ਸਾਲ 2 ਅੰਤਰਰਾਸ਼ਟਰੀ ਉਡਾਣਾਂ ਤੇ ਯਾਤਰੀਆਂ ਦੁਆਰਾ ਦੁਰਵਿਵਹਾਰ ਦੀਆਂ 3 ਘਟਨਾਵਾਂ ਦੇ ਮੱਦੇਨਜ਼ਰ ਆਇਆ। ਏਅਰਲਾਈਨ ਕੈਰੀਅਰ ਨੂੰ ਹਵਾਬਾਜ਼ੀ ਰੈਗੂਲੇਟਰ DGCA ਦੁਆਰਾ ਇਹਨਾਂ ਘਟਨਾਵਾਂ ਦੀ ਰਿਪੋਰਟਿੰਗ ਵਿੱਚ ਕੁਝ ਗਲਤੀਆਂ ਲਈ ਜੁਰਮਾਨਾ ਲਗਾਇਆ ਗਿਆ। ਸੇਫਟੀ ਡਾਟਾ ਸੌਫਟਵੇਅਰ ਐਪਲੀਕੇਸ਼ਨ ਖੌਰਸੂਨ 1 ਮਈ 2023 ਤੋਂ ਆਨਲਾਈਨ ਹੋਏਗੀ। ਇਹ ਇਨ ਫਲਾਈਟ ਘਟਨਾਵਾਂ ਦੀ ਰੀਅਲ ਟਾਈਮ ਰਿਪੋਰਟਿੰਗ ਦੀ ਸਹੂਲਤ ਦੇਗਾ, ਜਿਵੇਂ ਕਿ ਉਹ ਵਾਪਰਦੀਆਂ ਨੇ ਉਸ ਸਮੇਂ ਰਿਪੋਰਟਿੰਗ। ਏਅਰ ਇੰਡੀਆ ਨੇ ਕਿਹਾ ਕਿ ਐਪਲੀਕੇਸ਼ਨ ਕਾਫੀ ਹੱਦ ਤੱਕ ਕਾਗਜ਼ੀ ਕਾਰਵਾਈ ਦੀ ਜ਼ਰੂਰਤ ਨੂੰ ਖਤਮ ਕਰ ਦੇਗੀ। ਇਹ ਬਿਨਾਂ ਕਿਸੇ ਦੇਰੀ ਦੇ ਮੁੱਖ ਕਰਮਚਾਰੀਆਂ ਅਤੇ ਕਾਰਜਕਾਰੀ ਅਧਿਕਾਰੀਆਂ ਨੂੰ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰਨ ਲਈ ਸਵੈਚਾਲਿਤ ਪ੍ਰਕਿਰਿਆਵਾਂ ਨੂੰ ਯਕੀਨੀ ਬਣਾਏਗਾ। ਇਸ ਨਾਲ ਸਮੇਂ ਸਿਰ ਕਾਰਵਾਈ ਹੋਏਗੀ। ਏਅਰਲਾਈਨ ਪਾਇਲਟਾਂ ਅਤੇ ਚਾਲਕ ਦਲ ਦੇ ਮੈਂਬਰਾਂ ਨਾਲ ਆਈਪੈਡ ਖਰੀਦਣ ਵਿੱਚ ਲੱਗੀ ਹੋਈ ਹੈ। ਜਦੋਂ ਇਹ ਸੌਫਟਵੇਅਰ ਪੇਸ਼ ਕੀਤਾ ਜਾਏਗਾ ਤਾਂ ਕੌਰਸਨ ਇਨ ਡਿਵਾਈਸਾਂ ਤੇ ਵੀ ਉਪਲਬਧ ਹੋਏਗਾ। ਖੌਰਸੂਨ ਐਂਡ-ਟੂ-ਐਂਡ ਸੁਰੱਖਿਆ ਪ੍ਰਬੰਧਨ ਨੂੰ ਹੋਰ ਵਧਾਏਗਾ। ਇਸ ਵਿੱਚ ਫਲਾਈਟ ਦੇ ਅੰਦਰ ਰੀਅਲ ਟਾਈਮ ਇੰਟੈਲੀਜੈਂਸ ਰਿਪੋਰਟਿੰਗ ਅਤੇ ਇਨ ਫਲਾਈਟ ਘਟਨਾਵਾਂ ਦੀ ਸਥਿਤੀ ਸ਼ਾਮਲ ਹੈ। ਆਈਡੀਆ ਜਨ ਸੌਫਟਵੇਅਰ ਜੋਖਮ ਦੇ ਸਾਰੇ ਪਹਿਲੂਆਂ ਨੂੰ ਕਵਰ ਕਰਦਾ ਹੈ। ਇਹ ਏਅਰਲਾਈਨ ਨੂੰ ਜਹਾਜ਼ ਤੇ ਰੱਖ ਰਖਾਅ ਤੋਂ ਲੈ ਕੇ ਜਹਾਜ਼ ਤੇ ਕੈਬਿਨ ਕਰੂ ਦੀ ਜਾਂਚ ਤੱਕ ਸੁਰੱਖਿਆ ਡੇਟਾ ਦਾ ਪੂਰਾ ਦ੍ਰਿਸ਼ ਪ੍ਰਦਾਨ ਕਰਦਾ ਹੈ। ਫਲਾਈਟ ਵਿੱਚ ਲੋਕਾਂ ਨਾਲ ਦੁਰਵਿਵਹਾਰ ਅਤੇ ਅਨੁਸ਼ਾਸਨਹੀਣਤਾ ਦੀਆਂ ਖਬਰਾਂ ਤੇਜ਼ੀ ਨਾਲ ਵੱਧ ਰਹੀਆਂ ਨੇ। ਕੁਝ ਦਿਨ ਪਹਿਲਾਂ ਇੱਕ ਘਰੇਲੂ ਉਡਾਣ ਵਿੱਚ ਕੁਝ ਲੋਕਾਂ ਨੇ ਦੁਰਵਿਵਹਾਰ ਕੀਤਾ ਸੀ ਅਤੇ ਹੁਣ ਇੱਕ ਇਟਾਲੀਅਨ ਔਰਤ ਨੇ ਵਿਸਤਾਰਾ ਦੀ ਅੰਤਰਰਾਸ਼ਟਰੀ ਉਡਾਣ ਦੇ ਵਿੱਚ ਚਾਲਕ ਦਲ ਦੇ ਮੈਂਬਰਾਂ ਨਾਲ ਅਜਿਹਾ ਹੀ ਕੁਝ ਕੀਤਾ।
ਔਰਤ ਦਾ ਦੋਸ਼ ਹੈ ਕਿ ਪਹਿਲਾਂ ਉਸਨੇ ਚਾਲਕ ਦਲ ਦੇ ਮੈਂਬਰਾਂ ਨਾਲ ਬਹਿਸ ਕੀਤੀ ਅਤੇ ਕੁੱਟਮਾਰ ਕੀਤੀ ਅਤੇ ਫਿਰ ਉਸਦੇ ਕੱਪੜੇ ਪਾੜ ਦਿੱਤੇ। ਇਹ ਫਲਾਈਟ ਆਬੂ ਧਾਬੀ ਤੋਂ ਬੰਬਈ ਆ ਰਹੀ ਸੀ। ਗੰਭੀਰ ਦੋਸ਼ਾਂ ਕਾਰਨ ਬੰਬਈ ਪੁਲਿਸ ਨੇ ਜਹਾਜ਼ ਤੇ ਉਤਰਦੇ ਹੀ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ। ਦਰਅਸਲ ਆਬੂ ਧਾਬੀ ਤੋਂ ਬੰਬਈ ਆ ਰਹੀ ਵਿਸਤਾਰਾ 에ਅਰਲਾਈਨ ਦੀ ਫਲਾਈਟ ਵਿੱਚ ਇੱਕ 45 ਸਾਲਾ ਮਹਿਲਾ ਯਾਤਰੀ ਨੇ ਕੈਬਨ ਕਰੂ ਦੇ ਇੱਕ ਮੈਂਬਰ ਨਾਲ ਕੁੱਟਮਾਰ ਕੀਤੀ। ਔਰਤ ਇਟਾਲੀਅਨ ਦੱਸੀ ਜਾ ਰਹੀ ਹੈ। ਮਹਿਲਾ ਤੇ ਦੋਸ਼ ਨੇ ਕਿ ਉਸਨੇ 에ਅਰ ਹੋਸਟੈਸ ਦੇ ਨਾਲ ਬਦਸਲੂਕੀ ਵੀ ਕੀਤੀ ਅਤੇ ਫਿਰ ਉਸ ਨਾਲ ਕੁੱਟਮਾਰ ਵੀ ਕੀਤੀ। गिरफ्तारी तो बाद औरत को जमानत ते रिहा कर दिता गया है। इस दे नाल ही महिला ते 25,000 रुपए जुर्माना लगाया गया। समाचार एजेंसी ANI के अनुसार औरत विस्तारा एयरलाइन की फ्लाइट में आबू धाबी तो बंबई आ रही सी। इस दौरान उसने काफ़ी शराब पीती सी। एक शराबी औरत ने कैबिन करू के एक मैंबर नूं मुक्का मारिया, एक होर करू मैंबर ते थुक्या अते दुर्व्यवहार किया। ब्रिटेन के साबका प्रधानमंत्री बोरिस जॉनसन का कहना है कि रूसी राष्ट्रपति व्लादिमीर पुतिन ने उन्होंने जानू मारन की धमकी दी सी। बोरिस जॉनसन 2019 तो अक्टूबर 2022 तक ब्रिटेन के प्रधानमंत्री रहे। उन्होंने ये धमकी अहुदे ते रहिंदे होए मिली। इस गल का खुलासा बोरिस जॉनसन ने BBC की एक नवी दस्तावेजी विच कीता। इस डॉक्यूमेंटरी विच बोरिस ने पुतिन दे नाल होई गलबात का जिक्र किया। बोरिस ने दस्सिया कि 24 फरवरी 2022 नूं यूक्रेन ते हमले तो पहला मेरी पुतिन दे नाल फोन ते गलबात हुई सी। फिर पुतिन ने धमकी दी ते कहा, बोरिस मैं तुहानू नुकसान नहीं पहुंचाना चाहता, पर मिसाइल हमले नाल अजिहा करन विच केवल 1 मिनट लगेगा। डॉक्यूमेंटरी विच बोरिस जॉनसन ने दस्सिया कि यूक्रेन ते हमले तो पहला मैं पुतिन नूं मनाउण दी कोशिश की। पुतिन नूं कहा सीगा कि यूक्रेन दे उत्तरी अटलांटिक संधि संगठन विच शामिल होने की कोई संभावना नहीं है, तुसीं ये जाणदे हो। बोरिस ने पुतिन नूं चेतावनी भी दी सी कि जॉनसन ने कहा सी कि मैं पुतिन नूं मनाउण दे नाल-नाल चेतावनी भी दी। मैं कहा कि यूक्रेन ते हमला करन नाल तुहाडा सीधा सामना नाटो नाल होएगा। दस्तावेज़ विच जॉनसन ने कहा, पुतिन मेरियां गल्लां नूं गंभीरता नाल नहीं सुन रहे सन। बोरिस जॉनसन ने हमले तो पहला कई बार पुतिन नूं रोकण की कोशिश की, पर पुतिन नहीं मने। प्रधानमंत्री हुंदियां उन्होंने कई बार रूस का विरोध किया। हमले के 8 घंटे बाद ही उन्होंने रूस नूं जवाब देने की गल कही। एक ब्रिटिश भारतीय व्यक्ति नूं 2 साल पहला शराब पीण तो बाद अपने पिता नूं शैंपेन की बोतल दे नाल कुट-कुट के मौत के घाट उतारन का दोषी पाया गया। दिक्कन सिंह विग ने 30 अक्टूबर 2021 की शाम नूं अपने 86 साला पिता अर्जन सिंह विग दा साउथगेट उत्तरी लंडन विच अपने परिवारक घर विच कतल कर दिता। स्थानक मीडिया ਦੀਆਂ रिपोर्टां के अनुसार पुलिस ने डीकन नूं नंगेज की हालत विच पाया सी ते उस वेले उत्थे शैंपेन दीयां सैकड़े बोतलां पईयां सन, जिन्हां विच खून नाल लथपथ 2 किलो कोट ते ब्लिंगर भी शामिल सन। अगली खबर एक बार फिर तो एयरलाइन के नाल जुड़ी हुई है। इन्हीं दिनी उड़ाणा नाल जुड़ियां घटनावां लगातार जिवें कि सामने आ रही ने, जिस विच कदे किसी यात्री वालों हंगामा करन दी खबर आउंदी है ते कदे एयरलाइन कंपनी दीयां गलतियां दीयां खबरां आउंदियां ने। इसे कड़ी दे विच एक हैरानीजनक घटना सामने आई है। कल्पना करो कि जेकर तुसीं लगभग 13 घंटे फ्लाइट विच मौजूद हो अते जदों फ्लाइट लैंड हुंदी है तां तुहानूं पता लगदा है कि तुसीं उसे थां ते वापस आ गए हो जित्थों तुसीं उड़ान भरी सी, ਤਾਂ ਤੁਸੀਂ ਆਪਣੇ ਆਪ ਜਾਂ 에ਅਰਲਾਈਨ ਨਾਲ ਕਿੰਨਾ ਗੁੱਸੇ ਹੋਗੇ। ਦਰਅਸਲ ਇਹ ਪੂਰਾ ਮਾਮਲਾ ਦੁਬਈ ਤੋਂ ਨਿਊਜ਼ੀਲੈਂਡ ਜਾ ਰਹੀ ਅਮੀਰਾਤ ਦੀ ਫਲਾਈਟ ਦਾ ਹੈ। ਫੌਕਸ ਨਿਊਜ਼ ਦੀ ਰਿਪੋਰਟ ਦੇ ਮੁਤਾਬਕ 13 ਘੰਟਿਆਂ ਤੋਂ ਵੱਧ ਸਮੇਂ ਤੱਕ ਉਡਾਣ ਭਰਨ ਤੋਂ ਬਾਅਦ ਜਹਾਜ਼ ਵਾਪਸ ਉਸੇ ਹਵਾਈ ਅੱਡੇ ਤੇ ਉਤਰਿਆ ਜਿੱਥੇ ਉਸਨੇ ਉਡਾਣ ਭਰੀ ਸੀ। ਫਲਾਈਟ EK448 ਨੇ ਸਥਾਨਕ ਸਮੇਂ ਦੇ ਮੁਤਾਬਕ ਸ਼ੁੱਕਰਵਾਰ ਸਵੇਰੇ ਕਰੀਬ 10:30 ਵਜੇ ਉਡਾਣ ਭਰੀ। ਫਲਾਈਟ ਵੇਅਰ ਦੇ ਅਨੁਸਾਰ ਪਾਇਲਟ ਨੇ 9000 ਮੀਲ ਦੀ ਯਾਤਰਾ ਦੇ ਅੱਧੇ ਰਸਤੇ ਵਿੱਚ ਯੂ ਟਰਨ ਲਿਆ। जहाज़ आखिरकार शुक्रवार और शनिवार की विचकारली रात को दुबई वापस परत्या। पायलट ने यू टर्न इसलिए लिया क्योंकि न्यूजीलैंड के ऑकलैंड शहर में भयानक खड़ की स्थिति पैदा हो गई और इस कारण हफ्ते के अंत में हवाई अड्डा बंद कर दिता गया सी। इस सन हुण तक दी खबरां मैनूं वरुण कौरमान नूं दिओ आ गया। होर खबरां दे लई साडा YouTube चैनल पंजाब मेल USA TV जरूर सबसक्राइब करो। शुक्रिया, सत श्री अकाल।